ਸਾਹਿਬ ਜੀਓ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੱਬੀ ਗਿਆਨ ਦੇ ਮੁਜੱਸਮੇ, ਰੂਹਾਨੀਅਤ ਦੇ ਪੁੰਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਪ ਜੀ ਅਤ ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੇ ਅੱਜ ਇਸ ਦੁਪਹਿਰ ਦੇ ਦੀਵਾਨ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀ ਭਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪਾਵਨ ਵਾਕ ਉਚਾਰਨ ਕੀਤਾ ਹੈ। ਬਾਬਾ ਬੋਲੀਐ ਪਤ ਓਤ ਊਤਮ ਹੋਏ, ਊਤਮ ਸੇ ਦਰ ਊਤਮ ਕਹੀ ਹੈ, ਨੀਚ ਕਰਮ ਬਹਿ ਰੋਏ। ਇਸ ਪਾਵਨ ਵਾਕ ਦੀ ਵਿਚਾਰ ਆਪ ਜੀ ਦੇ ਨਾਲ ਕਰਨ ਦਾ ਯਤਨ ਕਰਨਾ ਹੈ। ਆਓ ਸਾਰੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 15 ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਫਰਮਾਨ ਹੈ, ਬਾਬਾ ਬੋਲੀਐ ਪਤ ਊਤਮ ਹੋਏ। ਬਾਬਾ ਦਾ ਅਰਥ ਹੈ ਭਾਈ, ਜਿਸ ਬੋਲ ਦੇ ਨਾਲ ਤੇਰਾ ਇਸ ਸੰਸਾਰ ਦੇ ਵਿੱਚ ਹੀ ਨਹੀਂ, ਉਸ ਮਾਲਕ ਦੀ ਦਰਗਾਹ ਦੇ ਵਿੱਚ ਵੀ ਤੇਰੀ ਇੱਜ਼ਤ ਹੋਵੇ, ਮਾਣ ਤੇ ਸਨਮਾਨ ਹੋਵੇ, ਉਹ ਬੋਲ ਆਪਣੀ ਰਸਨਾ ਦੇ ਨਾਲ ਉਚਾਰਨ ਕਰ। ਬਾਬਾ ਬੋਲੀਐ ਪਤ ਊਤਮ ਹੋਏ, ਊਤਮ ਸੇ ਦਰ ਊਤਮ ਕਹੀ ਹੈ। ਉਹ ਮਨੁੱਖ ਉੱਤਮ ਨੇ ਜਿਹੜੇ ਸੰਸਾਰ ਦੇ ਵਿੱਚ ਨਹੀਂ, ਪਰਮਾਤਮਾ ਦੀ ਦਰਗਾਹ ਦੇ ਵਿੱਚ ਚੰਗੇ ਆਖੇ ਜਾਂਦੇ ਨੇ। ਊਤਮ ਸੇ ਦਰ ਊਤਮ ਕਹੀ ਹੈ, ਨੀਚ ਕਰਮ ਬਹਿ ਰੋਏ। ਤੇ ਜਿਹੜੇ ਨੀਚ ਕਰਮ ਵਾਲੇ ਮਨੁੱਖ ਨੇ, ਸੰਸਾਰ ਦੇ ਵਿੱਚ ਵੀ ਝੁਰਦੇ ਰਹਿੰਦੇ ਨੇ, ਰੋਂਦੇ ਰਹਿੰਦੇ ਨੇ, ਤੇ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਰੋਂਦੇ ਰਹਿੰਦੇ ਨੇ। ਆਦਿ ਕਾਲ ਤੋਂ ਜੇ ਆਪਾਂ ਮਨੁੱਖ ਦੀ ਭਾਸ਼ਾ ਦੇ ਵੱਲ ਨਜ਼ਰ ਮਾਰੀਏ ਤੇ ਇਸ ਸੰਸਾਰ ਦੇ ਵਿੱਚ ਜਦੋਂ ਇਹ ਮਨੁੱਖ ਆਇਆ ਤੇ ਮਨੁੱਖ ਦੇ ਕੋਲ ਭਾਸ਼ਾ, ਇਹ ਸ਼ਬਦ, ਇਹ ਬੋਲ ਨਹੀਂ ਸਨ। ਨਾ ਇਸ ਮਨੁੱਖ ਦੇ ਕੋਲ ਕੋਈ ਘਰ ਸੀ, ਮਕਾਨ ਸੀ, ਨਾ ਇਸ ਨੂੰ ਵਸਤਰ ਪਹਿਨਣ ਦੀ ਕੋਈ ਜਾਚ ਸੀ, ਸਮਝ ਸੀ। ਇਹ ਮਨੁੱਖ ਜੰਗਲ ਨੂੰ ਆਪਣਾ ਘਰ ਸਮਝਿਆ ਕਰਦਾ ਸੀ, ਪਹਾੜ ਦੀਆਂ ਗੁਫਾਵਾਂ ਨੂੰ, ਕੰਦਰਾਂ ਨੂੰ ਹੀ ਆਪਣਾ ਘਰ ਸਮਝਿਆ ਕਰਦਾ ਸੀ। ਤੇ ਇਸ ਮਨੁੱਖ ਨੇ ਆਪਣੇ ਭਾਵ ਨੂੰ ਪ੍ਰਗਟ ਕਰਨ ਦੇ ਵਾਸਤੇ ਕੁਝ ਨਿਸ਼ਾਨੀਆਂ ਰੱਖੀਆਂ ਸਨ। ਕਈ ਵਾਰ ਰੰਗ ਬਿਰੰਗਿਆਂ ਧਾਗਿਆਂ ਨੂੰ ਵੀ ਇਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਵਾਸਤੇ ਵਰਤਦਾ ਸੀ। ਕਈ ਵਾਰ ਛੋਟੇ ਛੋਟੇ ਰੰਗ ਬਿਰੰਗਿਆਂ ਪੱਥਰਾਂ ਨੂੰ ਵੀ ਵਰਤਿਆ ਕਰਦਾ ਸੀ। ਆਦਿ ਕਿਸ ਨੇ ਸਾਈਨ ਰੱਖੇ ਹੋਏ ਸਨ। ਉਸ ਸਮੇਂ ਮਨੁੱਖ ਦੇ ਕੋਲ ਕੋਈ ਭਾਸ਼ਾ, ਕੋਈ ਬੋਲ ਨਹੀਂ ਸੀ। ਅੱਜ ਭਾਵੇਂ ਸੰਸਾਰ ਭਰ ਦੇ ਵਿੱਚ, ਵਿਸ਼ਵ ਭਰ ਦੇ ਵਿੱਚ
ਸੈਂਕੜੇ ਤੇ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਪਰ ਆਦਿ ਕਾਲ ਦੇ ਵਿੱਚ ਇੱਕ ਵੀ ਭਾਸ਼ਾ ਨਹੀਂ ਸੀ। ਤੇ ਜਦੋਂ ਇਸ ਮਨੁੱਖ ਦੇ ਕੋਲ ਸ਼ਬਦ ਆਏ, ਬੋਲ ਆਏ, ਤੇ ਮਨੁੱਖ ਦੇ ਆਪਣੇ ਵੱਸ ਦੇ ਵਿੱਚ ਹੈ। ਮਾਲਕ ਨੇ ਇਸ ਨੂੰ ਤਾਕਤ ਦਿੱਤੀ ਹੋਈ ਹੈ ਕਿ ਤੂੰ ਚੰਗੇ ਬੋਲ ਵੀ ਬੋਲ ਸਕਦਾ ਹੈ ਤੇ ਤੂੰ ਮਾੜੇ ਬੋਲ ਵੀ ਬੋਲ ਸਕਦਾ ਹੈ। ਮਾੜੇ ਬੋਲ ਬੋਲਣ ਦੇ ਨਾਲ ਤੇਰਾ ਆਪਣਾ ਜੀਵਨ ਵੀ ਮਹਾਰਾਜ ਜੀ ਕਹਿੰਦੇ ਨੇ ਖਰਾਬ ਹੋਵੇਗਾ, ਤੇ ਜਿਹੜਾ ਤੇਰੇ ਇਸ ਬੁਰੇ ਬੋਲਾਂ ਨੂੰ, ਮਾੜੇ ਬੋਲਾਂ ਨੂੰ, ਕਬੋਲਾਂ ਨੂੰ ਸੁਣੇਗਾ, ਉਸ ਦਾ ਮਨ ਵੀ ਕਰੋਧਿਤ ਹੋ ਜਾਵੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬਾਬਾ ਬੋਲੀਐ ਪਤ ਊਤਮ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਇਹ ਮਨੁੱਖ ਦੇ ਕੋਲ ਹੀ ਤਾਕਤ ਹੈ ਬੋਲਣ ਦੀ। ਜੇ ਆਪਾਂ ਜਾਨਵਰਾਂ ਦੀ ਗੱਲ ਕਰੀਏ, ਪੰਛੀਆਂ ਦੀ ਗੱਲ ਕਰੀਏ, ਭਾਵੇਂ ਕੁਝ ਪੰਛੀਆਂ ਨੂੰ ਆਪਾਂ ਬੋਲ ਸਿਖਾ ਦਿੰਦੇ ਆ, ਸਾਡੇ ਵੱਲੋਂ ਸਿਖਾਏ ਹੋਏ ਬੋਲਾਂ ਨੂੰ, ਕੁਝ ਕੁ ਸ਼ਬਦਾਂ ਨੂੰ ਉਹ ਬੋਲ ਲੈਂਦੇ ਨੇ, ਪਰ ਉਹਨਾਂ ਦੇ ਕੋਲ ਵਿਕਾਸਮਈ ਮਨ ਨਹੀਂ ਹੈ ਜਿਸ ਨਾਲ ਉਹ ਸੋਚ ਸਕਣ, ਸਮਝ ਸਕਣ। ਜੇ ਰਾਮਚੰਦਰ ਜੀ ਦੇ ਵੇਲੇ ਦੀ ਗੱਲ ਕਰੀਏ, ਜਿਹੜਾ ਕਾਂ ਉਸ ਸਮੇਂ ਕਾਉਂ ਕਾਉਂ ਕਰਦਾ ਸੀ, ਉਹ ਕਾਂ ਅੱਜ ਵੀ ਕਾਂ ਕਾਂ ਹੀ ਕਰਦਾ ਹੈ। ਜਿਹੜੀ ਬਿੱਲੀ ਕ੍ਰਿਸ਼ਨ ਜੀ ਦੇ ਵੇਲੇ ਮਿਆਉਂ ਮਿਆਉਂ ਕਰਦੀ ਸੀ, ਅੱਜ ਦੇ ਸਮੇਂ ਵੀ ਹਜ਼ਾਰਾਂ ਸਾਲਾਂ ਦੇ ਬਾਅਦ ਵੀ ਉਹ ਬਿੱਲੀ ਉਸੇ ਤਰ੍ਹਾਂ ਬੋਲਦੀ ਹੈ। ਉਸ ਦੇ ਕੋਲ ਕੋਈ ਸ਼ਬਦ ਨਹੀਂ ਹੈ, ਭਾਸ਼ਾ ਨਹੀਂ ਹੈ, ਪਰ ਇਸ ਮਨੁੱਖ ਦੇ ਕੋਲ ਅੱਜ ਹਜ਼ਾਰਾਂ ਲਫ਼ਜ਼ ਨੇ। ਹਜ਼ਾਰਾਂ ਲਫ਼ਜ਼ਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਇਹ ਵਿਅਕਤ ਕਰ ਸਕਦਾ, ਪ੍ਰਗਟ ਕਰ ਸਕਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ, ਜਦੋਂ ਇਹ ਮਨੁੱਖ ਸ਼ਬਦਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ, ਤੇ ਕੁਝ ਬੋਲ ਇਹ ਆਪਣੀ ਜ਼ੁਬਾਨ ਦੇ ਨਾਲ ਇੰਨੇ ਫਿੱਕੇ ਬੋਲਦਾ ਹੈ, ਜਿਸ ਨਾਲ ਆਪ ਵੀ ਸੜ ਜਾਂਦਾ ਹੈ ਤੇ ਦੂਜੇ ਨੂੰ ਵੀ ਸਾੜ ਦਿੰਦਾ ਹੈ। ਸ਼ੇਖ ਸਾਦੀ ਈਰਾਨ ਦੇ ਪ੍ਰਸਿੱਧ ਸੂਫੀ ਸੰਤ ਹੋਏ ਨੇ। ਉਹ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਇਹ ਮਨੁੱਖ ਬੋਲਦਾ ਨਹੀਂ, ਮਨੁੱਖ ਦੇ ਜੀਵਨ ਦਾ ਪਤਾ ਨਹੀਂ ਲੱਗਦਾ ਕਿ ਇਹ ਮਨੁੱਖ ਦਾ ਜੀਵਨ ਕਿੰਨਾ ਕੁ ਚੰਗਾ ਹੈ ਜਾਂ ਕਿੰਨਾ ਕੁ ਮਾੜਾ ਹੈ। ਸ਼ੇਖ ਸਾਦੀ ਕਹਿੰਦੇ ਨੇ, ਬੋਲਦਿਆਂ ਹੀ ਗੁਣ ਅਵਗੁਣ ਪ੍ਰਗਟ ਹੋ ਜਾਂਦੇ ਨੇ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਚ ਨਿਉਫਤਾ ਬਾਸ਼ਦ। ਮਨੁੱਖ ਦੇ ਕੋਲ ਭਾਵੇਂ ਕਿੰਨੀਆਂ ਵੀ ਕਲਾਵਾਂ, ਕਿੰਨਾ ਵੀ ਹੁਨਰ, ਕਿੰਨਾ ਵੀ ਗਿਆਨ ਕਿਉਂ ਨਾ ਹੋਵੇ, ਜਿੰਨਾ ਚਿਰ ਤੱਕ ਕਿ ਜ਼ੁਬਾਨ ਬੰਦ ਹੈ, ਬੰਦ ਜ਼ੁਬਾਨ ਦੇ ਨਾਲ ਕਦੇ ਮਨੁੱਖ ਦੇ ਜੀਵਨ ਦੇ ਬਾਰੇ ਪਤਾ ਨਹੀਂ ਲੱਗਦਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਬੋਲਦੇ ਹੀ ਮਨੁੱਖ ਦੇ ਗੁਣ ਅਵਗੁਣ, ਹੁਨਰ, ਕਲਾ ਪ੍ਰਗਟ ਹੋ ਜਾਂਦੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ। ਬਾਬਾ ਜੀ ਨੇ ਉਸ ਰਹਾਉ ਵਾਲੇ ਪਦੇ ਦੇ ਅੰਦਰ ਸਵਾਲ ਕੀਤਾ ਹੈ ਕਿ ਕਿੱਥੇ ਬੋਲਣਾ ਚਾਹੀਦਾ ਹੈ, ਕਿਹੜੇ ਬੋਲ ਬੋਲਣੇ ਚਾਹੀਦੇ ਨੇ, ਜਿਹੜੇ ਬੋਲ ਬੋਲਣ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੀਏ, ਰੰਗੇ ਰਹੀਏ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਇਹ ਭਾਈ ਕਿਹੜੇ ਬੋਲ ਬੋਲੀਏ, ਜਿਹੜੇ ਬੋਲ ਬੋਲਣ ਦੇ ਨਾਲ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਵੇ। ਤੇ ਬਾਬਾ ਜੀ ਆਪ ਇਸ ਦਾ ਜਵਾਬ ਦਿੰਦੇ ਨੇ, ਸੰਤ ਮਿਲੈ ਕਿਚ ਸੁਣੀਐ ਕਹੀਐ। ਕੋਈ ਗੁਰਮੁਖ ਪਿਆਰਾ ਸੰਤ ਜਨ ਮਿਲ ਜਾਵੇ ਤੇ ਉਸ ਦੀਆਂ ਵਿਚਾਰਾਂ ਨੂੰ, ਉਸ ਦੇ ਬਚਨਾਂ ਨੂੰ ਸੁਣਨਾ ਚਾਹੀਦਾ ਹੈ। ਸੰਤ ਮਿਲੈ ਕਿ ਸੁਣੀਐ ਕਹੀਐ। ਫਿਰ ਜਿਹੜੇ ਮਨ ਦੇ ਵਿੱਚ ਵਲਵਲੇ ਹੋਣ, ਸਵਾਲ ਹੋਣ, ਪ੍ਰਸ਼ਨ ਹੋਣ, ਉਹ ਪ੍ਰਸ਼ਨ ਕਰਨੇ ਚਾਹੀਦੇ ਨੇ, ਉਸ ਦੇ ਜਵਾਬ ਪੁੱਛਣੇ ਚਾਹੀਦੇ ਨੇ। ਸੰਤ ਮਿਲੈ ਕਿਠ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਪਰ ਜੇ ਕੋਈ ਸਾਖਤ ਮਨੁੱਖ ਮਿਲ ਜਾਵੇ ਤੇ ਚੁੱਪ ਕਰ ਜਾਣਾ ਚੰਗਾ ਹੈ, ਭਲਾ ਹੈ। ਮਿਲੈ ਅਸੰਤ ਮਸਟ ਕਰ ਰਹੀ ਹੈ। ਫਿਰ ਬਾਬਾ ਜੀ ਕਹਿੰਦੇ ਨੇ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਗੁਰਮੁਖਾਂ ਦੇ ਨਾਲ ਵਿਚਾਰ ਕਰਨੀ, ਉਹਨਾਂ ਦੇ ਨਾਲ ਬੋਲਣਾ, ਪਰਉਪਕਾਰੀ ਜੀਵਨ ਵਾਲਾ ਹੋ ਜਾਣਾ ਹੈ। ਤੇ ਮੂਰਖ ਦੇ ਨਾਲ ਬੋਲਣਾ ਝੱਖਾਂ ਮਾਰਨੀਆਂ ਨੇ। ਮੂਰਖ ਸਿਉ ਬੋਲੇ ਝੱਖ ਮਾਰੀ, ਬੋਲਤ ਬੋਲਤ ਬੜਾ ਵਿਕਾਰਾ। ਉਹਨਾਂ ਦੇ ਨਾਲ ਬੋਲਣ ਦੇ ਨਾਲ ਵਿਕਾਰ ਹੀ ਵੱਧਦੇ ਨੇ। ਪਰ ਬਾਬਾ ਜੀ ਕਹਿੰਦੇ ਨੇ
कि बिन बोले क्या करें विचारा, बिना बोलन तो कोई विचार भी नहीं हो सकती। इस करके जो सिट्टे की गल है, नतीजे की गल है, कहो कबीर छूछा घट बोले, भरिया होए सो कबो ना डोले। जिहड़ा खाली भांडा है वह हमेशा ज़्यादा बोलता है, जिहड़ा भांडा भरिया होवे उस विचों आवाज़ नहीं आउंदी। भरिया होए सो कबो ना डोले, वो डोलदा भी नहीं। इस करके बाबा कबीर साहब जी कहते ने, जदों तुहानू बोलण दा ना बोलण दा पता लग जावे, कित्थे बोलना कित्थे नहीं बोलना, ते तुहाडा जीवन सुचज्जा हो जावेगा। पर आम तौर ते आपां गुरबाणी नूं समझे बगैर कबोल बोलते हैं। थोड़ी जी गलबात किसी दे नाल हो जावे, क्रोधित हो जाने आ, फिक्का बोलन लग पैने आ। ते धन गुरु नानक साहब सच्चे पातशाह महाराज आसा की वार दे विच अपनी उम्मत नूं, सिखां नूं समझा रहे ने, भाई फिक्का बोलण दे नाल केवल मन ही दूषित नहीं हुंदा, मन ही फिक्का नहीं हुंदा, तन भी फिक्का हो जाता है। तो फिर परमात्मा की दरगाह दे विच भी गुरु नानक साहब महाराज जी कहते ने, उस फिक्का बोलण वाले नूं कोई ढोई प्राप्त नहीं हुंदी, सगों उसनूं जुत्तियां दी सज़ा मिलती है। गुरु नानक साहब महाराज जी कहते ने, नानक फिक्का बोलिया तन मन फिक्का होए, फिक्को फिक्की सदी है, फिक्के फिक्की सोए। संसार दे विच उसनूं कौड़ा बोलण वाला कह के महाराज जी कहते ने तिरस्कारिया जांदा है, अपमानित किया जाता है। फिक्को फिक्की सदी है, फिक्के फिक्की सोए, फिक्का दरगह सुटिया, मोह थुका फिक्के पाए, फिक्का मूर्ख आखिए, पाणा लहे सजाए। पाणा दा अर्थ है जुत्ती, मालक दी दरगाह दे विच उसनूं जुत्तियां दी सज़ा मिलती है। बाबा फरीद साहब जी दे दो बचन ने, जदों आपां सलोकां नूं पढ़दे हां बाबा फरीद साहब जी दे, ते अखीरले सलोकां दे विच बाबा जी कहंदे ने कि जिहड़ा ये पूरा संसार है, ये उस वाहिगुरू दा परमात्मा दा घर है, इस विच वो आप वसदा है। ये केवल संसार दे मनुख नहीं, ये केवल शरीर नहीं, इन्हां शरीरां दे विच वो वाहिगुरू आप हाज़र नाज़र है, वो आप बोलदा है। इस करके बाबा जी कहंदे ने, सबै घट राम बोलै, रामा बोलै, राम बिना को बोलै रे। ते बाबा फरीद साहब जी कहते ने, मैं तेनों एक पते की गल दसदा हाँ कि अपनी जुबान दे नाल जदों संसार दे विच विचरे ना, एक भी फिक्का बोल ना किसी नूं बोली। जे किसी दा हिरदा ढट गया तो समझ लवी परमात्मा तेरे नालों नाराज़ हो गया, परमात्मा ने तेरे वल पिठ कर लई है। एक फिक्का ना गल आए, सबना मैं सच्चा धनी, हियाऊ ना कही ठाहे, मानक सब अमोलवे। जिन्ने भी ये जीव ने बड़े अमोलक ने, बेशकीमती मोती की तरह ने। महाराज जी कहते हैं, सबना मन माणिक, थान मूल मचांगवा, जे तो बिरिया दी सिक हियाओ ना ठाहे कई दा। जे तेनू परमात्मा दे मिलन दी तांग है ना, इच्छा है ना, मैं परमात्मा नू मिलना है कि परमात्मा दा मैं दीदार करना है, जे तो प्रिया दी सिक हियाओ ना ठाहे कई दा, किसे दा हिरदा ना ढाई। महाराज जी कहते ने, हरेक दे नाल चंगे बोल बोली। महात्मा बुद्ध जी दे जीवन की एक घटना है। महात्मा बुद्ध अज किसी नगर दे विच गए हुए ने, ते जदों उस नगर दे विच गए पता लगा कि जिहड़ा इत्थों दा राजकुमार है बड़ा कौड़ा बोलदा है, फिक्का बोलदा है, उसनूं फिक्का बोलण दी आदत पै गई है। ते महात्मा बुद्ध जी जदों उस नगर दे विच गए, बड़े लोग दर्शन वास्ते आए, बड़े सवाल जवाब होए, बड़ा उपदेश ग्रहण करन दा लोकां ने यतन कीता। वो राजकुमार भी आया। राजकुमार आके कहन लगा कि तुसीं इन्ने साल तपस्या कीती है, तुसीं निर्वाण की प्राप्ति की। निर्वाण का अर्थ है ज्ञान, तुहानूं ज्ञान प्राप्त होया, ते किरपा करके सानू भी ज्ञान की दात बख्शिश करो। महात्मा बुद्ध कहन लगे, वो दूर जिहड़ा निम का दरखत दिखाई दे रहा, उसके पत्ते तोड़ के लैके आओ।
ਉਹ ਰਾਜਕੁਮਾਰ ਗਿਆ ਹੈ, ਨਿੰਮ ਦੇ ਪੱਤੇ ਤੋੜ ਕੇ ਲਿਆਇਆ ਹੈ, ਤੇ ਮਹਾਤਮਾ ਬੁੱਧ ਜੀ ਕਹਿੰਦੇ ਨੇ ਇਹਨਾਂ ਪੱਤਿਆਂ ਨੂੰ ਖਾ ਲਵੋ। ਰਾਜਕੁਮਾਰ ਜਦੋਂ ਉਹਨਾਂ ਪੱਤਿਆਂ ਨੂੰ ਖਾਣ ਲੱਗਾ ਚਿੱਥਿਆ, ਤੇ ਚਿੱਥ ਕੇ ਇੱਕੋ ਦਮ ਖਾਧੇ ਹੋਏ ਪੱਤਿਆਂ ਨੂੰ ਮੂੰਹ ਦੇ ਵਿੱਚੋਂ ਬਾਹਰ ਕੱਢ ਦਿੱਤਾ, ਥੁੱਕ ਦਿੱਤਾ। ਮਹਾਤਮਾ ਬੁੱਧ ਜੀ ਕਹਿਣ ਲੱਗੇ ਕੀ ਹੋਇਆ? ਅੱਗੋਂ ਕਹਿਣ ਲੱਗਾ, ਮਹਾਤਮਾ ਜੀ ਆਪ ਜੀ ਨੂੰ ਪਤਾ ਹੋਵੇਗਾ ਇਹ ਨਿੰਮ ਦਾ ਦਰਖਤ ਹੈ, ਉਸਦੇ ਪੱਤੇ ਨੇ ਬਹੁਤ ਜ਼ਿਆਦਾ ਕੌੜੇ ਨੇ, ਤੁਸੀਂ ਮੈਨੂੰ ਇਹ ਖਾਣ ਵਾਸਤੇ ਕਿਉਂ ਕਿਹਾ? ਮਹਾਤਮਾ ਬੁੱਧ ਜੀ ਕਹਿੰਦੇ ਨੇ ਜਿਹੜੇ ਪੱਤੇ ਤੈਨੂੰ ਨਸੀਬ ਨਹੀਂ ਹੋਏ, ਜਿਹੜੇ ਪੱਤੇ ਤੂੰ ਗ੍ਰਹਿਣ ਕਰਨ ਦੇ ਵਾਸਤੇ ਤਿਆਰ ਨਹੀਂ, ਤੈਨੂੰ ਚੰਗੇ ਨਹੀਂ ਲੱਗਦੇ, ਤੇ ਜਿਹੜੇ ਤੂੰ ਇੰਨੇ ਖਰਵੇ ਬੋਲ ਬੋਲਦਾ ਹੈ ਜੋ ਨਿੰਮ ਤੋਂ ਵੀ ਬਹੁਤ ਜ਼ਿਆਦਾ ਕੌੜੇ ਨੇ, ਜੋ ਲੋਕਾਂ ਨੂੰ ਚੰਗੇ ਲੱਗਦੇ ਹੋਣਗੇ। ਮਹਾਤਮਾ ਬੁੱਧ ਨੇ ਜਦੋਂ ਇਹ ਬੋਲ ਕੇ ਉਹ ਪੈਰੀਂ ਪੈ ਗਿਆ, ਆਪਣੀ ਭੁੱਲ ਦੀ ਬਾਰ-ਬਾਰ ਖਿਮਾ ਮੰਗੀ, ਮੁਆਫੀ ਮੰਗੀ। ਕਹਿਣ ਲੱਗਾ ਅੱਜ ਤੋਂ ਬਾਅਦ ਮੈਂ ਤੁਹਾਡਾ ਉਪਦੇਸ਼ ਸੁਣ ਕੇ ਹਰੇਕ ਦੇ ਨਾਲ ਚੰਗਾ ਬੋਲਿਆ ਕਰਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 6 ਤਰ੍ਹਾਂ ਦੇ ਜ਼ਹਿਰਾਂ ਦਾ ਜ਼ਿਕਰ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ 6 ਜਿਹੜੀਆਂ ਚੀਜ਼ਾਂ ਨੇ ਬਹੁਤ ਕੌੜੀਆਂ ਤੇ ਬਹੁਤ ਜ਼ਹਿਰੀਲੀਆਂ ਮੰਨੀਆਂ ਗਈਆਂ ਨੇ। ਉਹ ਕਿਹੜੀਆਂ 6 ਵਸਤੂਆਂ ਨੇ? ਮਹਾਰਾਜ ਜੀ ਕਹਿੰਦੇ ਨੇ ਤੁੰਮੀ, ਤੁੰਮਾ, ਅੱਕ, ਧਤੂਰਾ, ਨਿੰਮ ਫਲ। ਇਹ 6 ਜਿਹੜੀਆਂ ਚੀਜ਼ਾਂ ਨੇ ਬਹੁਤ ਕੌੜੀਆਂ ਨੇ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁਖ ਬੰਦਾ ਪਰਮਾਤਮਾ ਦੇ ਨਾਲ ਟੁੱਟਿਆ ਹੋਇਆ ਨਾ, ਜਿਸ ਦੇ ਮਨ ਦੇ ਵਿੱਚ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਉਸ ਦੇ ਮਨ ਦੇ ਵਿੱਚ ਵੀ ਤੇ ਮੁਖ ਦੇ ਵਿੱਚ ਵੀ ਇਹ 6 ਜ਼ਹਿਰਾਂ ਨੇ। ਇੱਕ ਜ਼ਹਿਰ ਹੀ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ, ਪਰ ਮਹਾਰਾਜ ਜੀ ਕਹਿੰਦੇ ਨੇ 6 ਜ਼ਹਿਰਾਂ ਉਸ ਦੇ ਮਨ ਦੇ ਵਿੱਚ ਤੇ ਮੁਖ ਦੇ ਵਿੱਚ ਨਿਵਾਸ ਕਰਦੀਆਂ ਨੇ। ਤੁੰਮੀ, ਤੁੰਮਾ, ਅੱਕ, ਧਤੂਰਾ, ਨਿੰਮ ਫਲ, ਮਨ ਮੁਖ ਵਸੈ ਤਿਸ। ਇਹ ਇਕੱਠਾ ਪਾਠ ਨਹੀਂ ਹੈ, ਵੱਖਰਾ ਵੱਖਰਾ ਪਾਠ ਹੈ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਹੀ। ਮਹਾਰਾਜ ਕਹਿੰਦੇ ਜਿਹਨੂੰ ਮਾਲਕ ਚੇਤਾ ਨਹੀਂ ਹੈ, ਉਸਦੇ ਜੀਵਨ ਦੇ ਵਿੱਚ 6 ਜ਼ਹਿਰਾਂ ਵਸਦੀਆਂ ਨੇ। ਇੱਕ ਘਟਨਾ ਹੁੰਦੀ ਹੈ ਸਿੱਖਿਆ ਲੈਣ ਦੇ ਵਾਸਤੇ। ਕਿਹਾ ਜਾਂਦਾ ਹੈ ਕਾਂ ਦੀ ਤੇ ਕੋਇਲ ਦੀ ਆਪਸ ਦੇ ਵਿੱਚ ਵਾਰਤਾਲਾਪ ਹੋ ਗਈ। ਕਾਂ ਉਡਾਰੀ ਮਾਰਦਾ ਹੋਇਆ ਜਾ ਰਿਹਾ, ਤੇ ਇੱਕ ਕਵੀ ਆਪਣੀ ਕਲਪਨਾ ਦੇ ਨਾਲ ਸਮਝਾਉਣ ਦਾ ਯਤਨ ਕਰਦਾ ਹੈ। ਉੱਡਦੇ ਹੋਏ ਕਾਂ ਨੂੰ ਕੋਇਲ ਸਵਾਲ ਕਰਦੀ ਹੈ, ਚਾਚਾ ਅੱਜ ਕਿੱਥੇ ਜਾ ਰਿਹਾ? ਤੇ ਅੱਗੋਂ ਕਾਂ ਕਹਿੰਦਾ ਹੈ ਇਸ ਉੱਤਰ ਦੇ ਵਿੱਚ ਲੋਕ ਮੇਰੀ ਕਦਰ ਨਹੀਂ ਕਰਦੇ। ਮੈਂ ਜਦੋਂ ਕਿਸੇ ਦੇ ਘਰ ਦੇ ਬਨੇਰੇ ਤੇ ਜਾ ਕੇ ਬੈਠਦਾ, ਉੱਥੇ ਕਾਂ ਕਾਂ ਕਰਦਾ, ਅੱਗੋਂ ਲੋਕ ਮੈਨੂੰ ਢੇਮਾ ਮਾਰਦੇ ਨੇ, ਪੱਥਰ ਰੋੜੇ ਮਾਰਦੇ ਨੇ, ਮੈਨੂੰ ਕਬੋਲ ਬੋਲਦੇ ਨੇ, ਮੈਨੂੰ ਉਡਾ ਦਿੰਦੇ ਨੇ। ਮੈਂ ਕੁਝ ਖਾਣ ਦੇ ਵਾਸਤੇ ਕਾਂ ਕਾਂ ਕਰਦਾ ਤੇ ਅੱਗੋਂ ਲੋਕ ਮੈਨੂੰ ਦੌੜਾ ਦਿੰਦੇ ਨੇ। ਲੋਕ ਮੇਰੀ ਆਵਾਜ਼ ਦੀ ਇੱਥੇ ਕਦਰ ਨਹੀਂ ਕਰਦੇ। ਇਸ ਕਰਕੇ ਮੈਂ ਪੂਰਬ ਦੇ ਵਿੱਚ ਆਪਣੇ ਰਾਗ ਨੂੰ ਅਲਾਪਣ ਚੱਲਿਆ। ਮੈਂ ਸੁਣਿਆ ਪੂਰਬ ਦੇ ਵਿੱਚ ਲੋਕ ਸੰਗੀਤ ਦੀ ਬੜੀ ਕਦਰ ਕਰਦੇ ਨੇ, ਮੈਂ ਆਪਣੇ ਸੰਗੀਤ ਨੂੰ ਸੁਣਾਉਣ ਚੱਲਿਆ। ਅੱਗੋਂ ਕੋਇਲ ਕਹਿੰਦੀ ਹੈ ਚਾਚਾ ਸ਼ਾਇਦ ਤੈਨੂੰ ਪਤਾ ਨਹੀਂ ਹੈ, ਇਹ ਜਿਹੜੇ ਲੋਕ ਨੇ ਇਹਨਾਂ ਨੂੰ ਸੁਰ ਦੀ ਸਮਝ ਹੈ। ਇਹ ਲੋਕ ਸੁਰੇ ਨੂੰ ਤੇ ਬੇਸੁਰੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਭਾਵੇਂ ਤੂੰ ਇਸ ਉੱਤਰ ਨੂੰ ਛੱਡ ਕੇ ਪੂਰਬ ਦੇ ਵਿੱਚ ਚਲਾ ਜਾ, ਭਾਵੇਂ ਤੂੰ ਪੱਛਮ ਦੇ ਵਿੱਚ ਚਲਾ ਜਾ, ਭਾਵੇਂ ਤੂੰ ਹੋਰ ਕਿਸੇ ਦਿਸ਼ਾ ਦੇ ਵਿੱਚ ਚਲਾ ਜਾ, ਹਰੇਕ ਥਾਂ ਤੇ ਲੋਕ ਬੇਸੁਰੇ ਨੂੰ ਸੁਣ ਕੇ ਉਡਾਉਣਗੇ। ਤੇ ਉਸ ਕਵੀ ਨੇ ਇੱਕ ਕਵਿਤਾ ਦੇ ਵਿੱਚ ਬਹੁਤ ਸੁੰਦਰ ਬਿਆਨ ਕੀਤਾ। ਕਹਿਣ ਲੱਗਾ ਕਾਗਾ ਕਾਕੋ ਲੇਤ ਹੈ, ਕੋਇਲ ਕਾਕੋ ਦੇਤ, ਮਿੱਠੀ ਬੋਲੀ ਬੋਲ ਕੇ ਸਭ ਕੋ ਮਨ ਹਰ ਲੇਤ। ਨਾ ਕਾਂ ਕਿਸੇ ਦੇ ਕੋਲੋਂ ਕੁਝ ਲੈਂਦਾ ਹੈ ਤੇ ਨਾ ਹੀ ਉਹ ਕੋਇਲ ਕਿਸੇ ਨੂੰ ਕੁਝ ਦਿੰਦੀ ਹੈ। ਕੇਵਲ ਉਸ ਦੀ ਆਵਾਜ਼ ਨੂੰ ਸੁਣ ਕੇ ਲੋਕ ਮੋਹਿਤ ਹੋ ਜਾਂਦੇ ਨੇ, ਮਗਨ ਹੋ ਜਾਂਦੇ ਨੇ। ਮਿੱਠੀ ਬੋਲੀ ਬੋਲ ਕੇ ਸਭ ਕੋ ਮਨ ਹਰ ਲੇਤ,
ਮਿੱਠੀ ਜਿਹੀ ਆਵਾਜ਼ ਦੇ ਨਾਲ ਸਾਰਿਆਂ ਦੇ ਮਨ ਨੂੰ ਹਰ ਲੈਂਦੀ ਹੈ, ਚੁਰਾ ਲੈਂਦੀ ਹੈ। ਇਸ ਕਰਕੇ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਕੋਮਲ ਬਾਣੀ ਸਭ ਕੋ ਸੰਤੋਖ ਹੈ। ਜਿਹੜੀ ਨਰਮ ਬਾਣੀ ਹੁੰਦੀ ਹੈ ਨਾ, ਕੋਮਲ ਬਾਣੀ, ਉਹ ਸਾਰਿਆਂ ਨੂੰ ਸੰਤੋਸ਼ਮਈ ਬਣਾ ਦਿੰਦੀ ਹੈ। ਤੇ ਗੁਰਮੁਖਾਂ ਦੀ ਜਿਹੜੀ ਬੋਲੀ ਹੈ ਉਹ ਤਾਂ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ। ਜਦੋਂ ਆਪਾਂ ਪਰਮਾਤਮਾ ਦੀ ਬੋਲੀ ਦੀ ਗੱਲ ਕਰੀਏ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਰਮਾਤਮਾ ਦੇ ਬੋਲਾਂ ਦੀ ਜਦੋਂ ਗੱਲ ਆਈ ਤੇ ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਦੀ ਬੋਲੀ ਵੀ ਬਹੁਤ ਜ਼ਿਆਦਾ ਮਿੱਠੀ ਹੈ। ਆਮ ਤੌਰ ਤੇ ਜਦੋਂ ਆਪਾਂ ਵੱਖ-ਵੱਖ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਪਰਮਾਤਮਾ ਦਾ ਜ਼ਿਕਰ ਹੁੰਦਾ ਹੈ, ਤੇ ਹਰੇਕ ਗ੍ਰੰਥ ਦੇ ਵਿੱਚ ਇਹ ਜ਼ਿਕਰ ਹੈ ਕਿ ਉਹ ਪਰਮਾਤਮਾ ਸਰਵ ਸ਼ਕਤੀਮਾਨ ਹੈ, ਉਹ ਸਾਰਾ ਕੁਝ ਕਰ ਸਕਦਾ ਹੈ। ਜੋ ਉਹ ਫੁਰਨਾ ਇੱਕ ਵਾਰ ਬਣਾ ਲਵੇ, ਇੱਕ ਫੁਰਨੇ ਦੇ ਨਾਲ ਹੀ ਉਹ ਕੰਮ ਸਾਰਾ ਹੋ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਇੱਕ ਐਸਾ ਕੰਮ ਵੀ ਹੈ ਜੋ ਪਰਮਾਤਮਾ ਨਹੀਂ ਕਰ ਸਕਦਾ, ਜੋ ਪਰਮਾਤਮਾ ਕਦੇ ਕਰਦਾ ਹੀ ਨਹੀਂ, ਉਹਨੂੰ ਕਰਨਾ ਆਉਂਦਾ ਹੀ ਨਹੀਂ। ਤੇ ਆਪਾਂ ਇਹ ਆਮ ਤੌਰ ਤੇ ਸੁਣ ਕੇ ਕਈ ਵਾਰ ਗੁੱਸੇ ਵੀ ਹੋ ਜਾਂਦੇ ਆ, ਐਸੀ ਕਿਹੜੀ ਗੱਲ ਹੈ ਜੋ ਪਰਮਾਤਮਾ ਨਹੀਂ ਕਰ ਸਕਦਾ? ਪਰਮਾਤਮਾ ਤੇ ਸਰਵ ਸ਼ਕਤੀਮਾਨ ਹੈ। ਮਹਾਰਾਜ ਜੀ ਕਹਿੰਦੇ ਪਰਮਾਤਮਾ ਦੁਨੀਆ 1 ਸੈਕਿੰਡ ਦੇ ਵਿੱਚ ਤਿਆਰ ਕਰ ਸਕਦਾ ਹੈ। ਉਹ 1 ਸੈਕਿੰਡ ਦੇ ਵਿੱਚ ਪਰਮਾਤਮਾ ਸਾਰੀ ਦੁਨੀਆ ਨੂੰ ਤਬਾਹ ਕਰ ਸਕਦਾ ਹੈ, ਨਾਸ਼ ਕਰ ਸਕਦਾ ਹੈ। ਪਰ ਇੱਕ ਗੱਲ ਹੈ ਜੋ ਪਰਮਾਤਮਾ ਨੂੰ ਆਉਂਦੀ ਹੀ ਨਹੀਂ ਹੈ, ਪਰਮਾਤਮਾ ਕਰਦਾ ਹੀ ਨਹੀਂ ਹੈ। ਉਹ ਕਿਹੜੀ ਗੱਲ? ਪਰਮਾਤਮਾ ਕਦੇ ਕੌੜਾ ਨਹੀਂ ਬੋਲਦਾ, ਪਰਮਾਤਮਾ ਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਉਹ ਪਰਮਾਤਮਾ ਦੇ ਕਿਸੇ ਦੇ ਔਗਣ ਵੀ ਨਹੀਂ ਚਿਤਾਰਦਾ। ਇੰਨੀ ਜ਼ਿਆਦਾ ਮਿੱਠੀ ਬੋਲੀ। ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਨੇ, ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ, ਤੇਰੀ ਜਿਹੜੀ ਪਗੜੀ ਹੈ, ਤੇਰਾ ਜਿਹੜਾ ਸਰੂਪ ਹੈ ਨਾ, ਉਹ ਵੀ ਬਹੁਤ ਸੁੰਦਰ ਹੈ, ਸ਼ਾਨਦਾਰ ਹੈ। ਤੇਰੇ ਬੋਲ ਵੀ ਬਹੁਤ ਮਨ ਨੂੰ ਮੋਹਣ ਵਾਲੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਪਰਮਾਤਮਾ ਦੀ ਬੋਲੀ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾਏ। ਉਹ ਸਾਹਿਬ ਸੱਚਾ ਹੈ, ਉਸਦਾ ਨਿਆਂ ਇਨਸਾਫ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਭਾਖਿਆ ਦਾ ਅਰਥ ਹੈ ਉਸਦੀ ਭਾਸ਼ਾ, ਉਸਦੀ ਬੋਲੀ। ਭਾਵ ਦਾ ਅਰਥ ਹੈ ਪਿਆਰ। ਇੱਕ ਸ਼ਬਦ ਹੈ ਭੱਬਾ, ਊੜੇ ਨੂੰ ਔਂਕੜ, ਉਸ ਦਾ ਅਰਥ ਹੈ ਡਰ, ਭੈ। ਜਦੋਂ ਭੱਬੇ ਨੂੰ ਕੰਨਾਂ ਤੇ ਊੜੇ ਨੂੰ ਔਂਕੜ ਹੁੰਦਾ ਹੈ, ਇਸ ਦਾ ਅਰਥ ਹੈ ਪ੍ਰੇਮ, ਪਿਆਰ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੀ ਬੋਲੀ ਬਹੁਤ ਪਿਆਰ ਵਾਲੀ ਹੈ। ਭਾਖਿਆ ਭਾਵ ਅਪਾਰ, ਤੇ ਉਹ ਬਹੁਤ ਜ਼ਿਆਦਾ ਬੇਅੰਤ ਹੈ, ਉਸਦਾ ਅੰਤ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵੱਲ ਜੇ ਆਪਾਂ ਵੇਖੀਏ, ਜਿਨ੍ਹਾਂ ਦੇ ਬੋਲਾਂ ਤੋਂ ਮੈਂ ਵਿਚਾਰ ਦੀ ਆਰੰਭਤਾ ਕੀਤੀ ਸੀ, ਬਾਬਾ ਬੋਲੀਐ ਪਤ ਊਤਮ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਮੇਰ ਪਰਬਤ ਤੇ ਜਾਂਦੇ ਨੇ, ਸਿੱਧਾਂ ਦੇ ਨਾਲ ਉਹਨਾਂ ਦੀ ਵਾਰਤਾਲਾਪ ਹੁੰਦੀ ਹੈ। ਤੇ ਉਹ ਵਾਰਤਾਲਾਪ ਨੂੰ ਪੜ੍ਹ ਕੇ ਸੁਣ ਕੇ ਹੈਰਾਨ ਹੋ ਜਾਈਦਾ ਹੈ। ਸਿੱਧ ਜਿਹੜਾ ਮਹਾਰਾਜ ਜੀ ਦੇ ਵਾਸਤੇ ਲਫ਼ਜ਼ ਵਰਤਦੇ ਨੇ ਨਾਨਕਾ ਜਾਂ ਨਾਨਕ, ਤੇ ਕਈ ਵਾਰ ਦੂਜਾ ਸ਼ਬਦ ਵਰਤਦੇ ਨੇ ਬਾਲਿਆ, ਬਾਲਾ, ਨਾਮ ਲੈ ਕੇ ਪੁਕਾਰਦੇ ਨੇ। ਫਿਰ ਬੱਚਾ ਕਹਿੰਦੇ ਨੇ ਬਾਲਕ, ਤੇ ਬਾਲਕ ਤਿਰਸਕਾਰ ਵਾਸਤੇ ਵਰਤਦੇ ਨੇ, ਅਪਮਾਨਜਨਕ ਸ਼ਬਦ ਵਰਤਦੇ ਨੇ। ਕਿਸ ਨੂੰ ਆਪਾਂ ਬੱਚਾ ਕਹਾਂਗੇ ਤੇ ਸਾਡੀਆਂ ਗੱਲਾਂ ਦੇ ਵਿੱਚ ਆ ਕੇ ਸਾਡੇ ਯੋਗ ਮਤ ਨੂੰ ਧਾਰਨ ਕਰ ਲਵੇਗਾ। ਉਹਨਾਂ ਨੇ ਜੋ ਸ਼ਬਦ ਕਹੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਨਾਨਕਾ ਸ਼ਬਦ ਵਰਤਿਆ। ਫਿਰ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਪਤਾ ਕੀ ਵਰਤਦੇ ਆ? ਬੜਾ ਸਤਿਕਾਰ ਦੇ ਨਾਲ। ਕਿਸੇ ਦਾ ਵੀ ਨਾਮ ਨਹੀਂ ਲਿਆ ਕਿ ਤੂੰ ਚਰਪਟ ਨਾਥ ਹੈ, ਤੂੰ ਇਹ ਨਾਥ ਹੈ। ਮਹਾਰਾਜ ਜੀ ਕਹਿੰਦੇ ਨੇ, ਬਾਬੇ ਆਖਿਆ ਨਾਥ ਜੀ। ਮਹਾਰਾਜ ਜੀ ਕਹਿੰਦੇ ਨਾਥ ਜੀ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਲਾ ਵੀ ਆਖਦੇ ਨੇ। ਉਹਨਾਂ ਸ਼ਬਦ ਵਰਤਿਆ।
ਕਹਿਣ ਲੱਗੇ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਲਫ਼ਜ਼ ਨੇ ਦੇਖੋ ਕਿੰਨੇ ਮਿੱਠੇ ਨੇ। ਭਾਵੇਂ ਸਿੱਧ ਬੜੇ ਅਹੰਕਾਰੀ ਨੇ, ਆਪਣੇ ਆਪ ਨੂੰ ਸਮਝਦੇ ਨੇ ਸਾਡੇ ਕੋਲ ਬੜੀਆਂ ਕਰਾਮਾਤਾਂ ਨੇ, ਬੜੀਆਂ ਰਿੱਧੀਆਂ ਸਿੱਧੀਆਂ ਨੇ, ਪਰ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਮੇਰ ਪਰਬਤ ਤੇ ਗਏ ਹੋਏ ਨੇ ਨਾ, ਉਹ ਅੱਲਾ ਦੀ ਪਰਮਾਤਮਾ ਦੀ ਆਪਣੀ ਜੋਤ ਨੇ, ਪਰਮਾਤਮਾ ਦਾ ਰੂਪ ਨੇ, ਜਿਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ ਨਾਨਕ ਸੋਧੇ ਸਿਮਰਿਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਦੇ ਵਿੱਚ ਗੁਰੂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੂਜੇ ਨੂੰ ਇੱਜ਼ਤ ਦੇ ਰਹੇ ਨੇ, ਸਤਿਕਾਰ ਅਦਬ ਦੇ ਰਹੇ ਨੇ। ਤੇ ਅੱਗੋਂ ਜਿਹੜੇ ਉਹ ਸਿੱਧ ਨੇ ਉਹ ਨਾਮ ਲੈ ਕੇ ਕਈ ਵਾਰ ਪੁਕਾਰਦੇ ਨੇ, ਕਈ ਵਾਰ ਬਾਲਾ ਕਹਿੰਦੇ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਵੀ ਗੁੱਸੇ ਕ੍ਰੋਧਿਤ ਨਹੀਂ ਹੁੰਦੇ। ਮਹਾਰਾਜ ਜੀਵਨ ਦੇ ਵਿੱਚ ਕਦੇ ਕ੍ਰੋਧਿਤ ਹੁੰਦੇ ਹੀ ਨਹੀਂ, ਗੁੱਸੇ ਹੁੰਦੇ ਹੀ ਨਹੀਂ। ਤੇ ਜੋ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿੱਤੀ, ਅੱਗੇ ਆਪਾਂ ਵੇਖੀਏ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਵੀ ਉਸ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਇਆ ਹੈ। ਮਹਾਰਾਜ ਜੀ ਦੇ ਵੇਲੇ ਦਾ ਇੱਕ ਸਿੱਖ ਹੋਇਆ ਭਾਈ ਮਾਹਣਾ ਜੀ। ਭਾਈ ਮਾਹਣਾ ਜੀ ਖਡੂਰ ਸਾਹਿਬ ਦੀ ਧਰਤੀ ਤੇ ਲੰਗਰ ਦੀ ਸੇਵਾ ਕਰਦਾ, ਪਰ ਸੰਗਤਾਂ ਨੂੰ ਜਦੋਂ ਉਹ ਦਾਲ ਪ੍ਰਸ਼ਾਦਾ ਵਰਤਾਉਂਦਾ ਹੈ ਤੇ ਬੜੇ ਭੈੜੇ ਜਿਹੇ ਬੋਲ ਬੋਲਦਾ ਹੈ। ਸਿੱਖਾਂ ਨੇ ਸ਼ਿਕਾਇਤ ਵੀ ਕੀਤੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਕਿ ਮਹਾਰਾਜ ਜਿਹੜਾ ਤੁਹਾਡਾ ਸਿੱਖ ਭਾਈ ਮਾਹਣਾ ਹੈ ਇਹ ਸੰਗਤਾਂ ਨੂੰ ਬੜੇ ਕਬੋਲ ਬੋਲਦਾ, ਭੈੜਾ ਬੋਲਦਾ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਈ ਵਾਰ ਉਸ ਨੂੰ ਖਿਮਾ ਵੀ ਕੀਤਾ, ਸਮਝਾਉਣ ਦਾ ਯਤਨ ਵੀ ਕੀਤਾ, ਪਰ ਭਾਈ ਮਾਹਣਾ ਜੀ ਮੰਨਣ ਦੇ ਵਾਸਤੇ, ਸਮਝਣ ਵਾਸਤੇ ਤਿਆਰ ਨਹੀਂ ਹੋ ਰਿਹਾ। ਪਰ ਕਈ ਵਾਰ ਮੁਆਫ ਕਰਨ ਤੋਂ ਬਾਅਦ ਵੀ ਅੱਜ ਫਿਰ ਕਿਸੇ ਸਿੱਖ ਨੇ ਸ਼ਿਕਾਇਤ ਕੀਤੀ, ਕਹਿਣ ਲੱਗਾ ਮਹਾਰਾਜ ਅੱਜ ਭਾਈ ਮਾਹਣੇ ਨੇ ਫਿਰ ਸਿੱਖਾਂ ਨੂੰ ਕਬੂਲ ਬੋਲੇ ਨੇ। ਤੇ ਅੱਗੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਸਿੱਖ ਹੋ ਕੇ, ਜਿਹੜਾ ਲੰਗਰ ਦੇ ਵਿੱਚ ਸੇਵਾ ਕਰਕੇ ਵੀ ਇੰਨਾ ਸੜਿਆ ਬਲਿਆ ਹੈ, ਤੇ ਜਿਹੜਾ ਉਸਦੇ ਬੋਲਾਂ ਨੂੰ ਸੁਣ ਰਿਹਾ ਉਸ ਨੂੰ ਵੀ ਸਾੜੀ ਜਾ ਰਿਹਾ, ਉਸ ਸਿੱਖ ਨੂੰ ਦਰਬਾਰ ਦੇ ਵਿੱਚ ਰਹਿਣ ਦਾ, ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿਣ ਦਾ ਕੋਈ ਵੀ ਮਹਾਰਾਜ ਕਹਿੰਦੇ ਫਾਇਦਾ ਨਹੀਂ ਹੋ ਰਿਹਾ। ਉਸ ਨੂੰ ਇੱਥੇ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ, ਅਧਿਕਾਰ ਨਹੀਂ ਹੈ। ਉਸ ਨੂੰ ਤਾਂ ਸਗੋਂ ਅੱਗ ਦੇ ਵਿੱਚ ਸੜ ਕੇ ਮਰ ਜਾਣਾ ਚਾਹੀਦਾ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅੱਜ ਤੋਂ ਦਰਬਾਰ ਦੇ ਵਿੱਚ ਭਾਈ ਮਾਹਣਾ ਜੀ ਨਹੀਂ ਰਹੇਗਾ। ਭਾਈ ਮਾਹਣਾ ਜੀ ਨੂੰ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਗਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਂਦੇ ਨੇ। ਮੈਂ ਅਰਜ਼ ਕਰ ਰਿਹਾ ਹਾਂ ਕਿ ਪਰਮਾਤਮਾ ਦੀ ਬੋਲੀ ਬਹੁਤ ਮਿੱਠੀ ਹੈ, ਤੇ ਜਿਹੜੇ ਸਤਿਗੁਰੂ ਸਾਹਿਬਾਨ ਨੇ ਪਰਮਾਤਮਾ ਦਾ ਪ੍ਰਚਾਰ ਕੀਤਾ, ਪਰਮਾਤਮਾ ਦੇ ਨਾਲ ਜੁੜਨ ਦੀ ਬਾਤ ਕੀਤੀ, ਐਸੇ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਕਿੰਨੀ ਮਿਠਾਸ ਝਲਕਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜਾਂਦੇ ਨੇ, ਸਿੰਘਾਸਣ ਦੇ ਉੱਪਰ ਬੈਠੇ ਹੋਏ ਨੇ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਆ ਕੇ ਲੱਤ ਮਾਰਦੇ ਨੇ। ਲੱਤ ਮਾਰ ਕੇ ਸਿੰਘਾਸਣ ਤੋਂ ਤਖਤ ਤੋਂ ਥੱਲੇ ਡੇਗ ਦਿੰਦੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਹੱਥ ਜੋੜ ਕੇ ਚਰਨ ਪਕੜ ਲੈਂਦੇ ਨੇ। ਬਾਬੇ ਦਾਤੂ ਨੂੰ ਕਹਿੰਦੇ ਨੇ ਕਿ ਮੈਂ ਤੇ ਤੁਹਾਡੇ ਘਰ ਦਾ ਟਹਿਲੂ ਹਾਂ, ਸੇਵਕ ਹਾਂ, ਦਾਸ ਹਾਂ। ਮੇਰੀ ਉਮਰ ਵੀ ਬੜੀ ਵੱਡੀ ਹੋ ਗਈ ਹੈ, ਤੇ ਦੂਜਾ ਵੱਡੀ ਉਮਰ ਹੋਣ ਦੇ ਨਾਲ ਮੇਰੇ ਜਿਹੜੇ ਹੱਡ ਨੇ, ਸਰੀਰ ਹੈ ਬਹੁਤ ਸਖਤ ਹੋ ਚੁੱਕਾ ਹੈ। ਜਦੋਂ ਮੇਰੇ ਸਰੀਰ ਨੂੰ ਤੁਸੀਂ ਲੱਤ ਮਾਰੀ ਸੀ ਤੁਹਾਨੂੰ ਬੜਾ ਦਰਦ ਹੋਇਆ ਹੋਵੇਗਾ, ਤੁਹਾਡਾ ਵੀ ਬੜਾ ਨੁਕਸਾਨ ਹੋਇਆ ਹੋਵੇਗਾ। ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ ਹਾਂ, ਮੈਨੂੰ ਮੁਆਫ ਕਰ ਦੇਣਾ। ਤੁਸੀਂ ਮੇਰੇ ਗੁਰੂ ਦੇ ਸਾਹਿਬਜ਼ਾਦੇ ਹੋ, ਮੈਂ ਤੁਹਾਡਾ ਸਤਿਕਾਰ ਅਦਬ ਨਹੀਂ ਕਰ ਸਕਿਆ ਕਿ ਸਾਡੇ ਕੋਲ ਕੋਈ ਆ ਕੇ ਇਸ ਤਰ੍ਹਾਂ ਲੱਤ ਮਾਰੇ, ਕੋਈ ਥੱਪੜ ਮਾਰੇ, ਤੇ ਆਪਾਂ ਵੀ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਾਂਗੂ ਇਸ ਤਰ੍ਹਾਂ ਇੰਨੇ ਮਿੱਠੇ ਸ਼ਬਦ ਬੋਲਾਂਗੇ, ਬੋਲ ਬੋਲਾਂਗੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਹੈ ਜੋ ਨਿਰਮਾਣਤਾ ਦੇ ਨਾਲ, ਮਿਠਾਸ ਦੇ ਨਾਲ ਭਰਿਆ ਹੋਇਆ। ਸਿੰਘਾਸਣ ਤੇ ਗਿਰ ਕਰ ਪਰੇ
बृद्ध शरीर कंप कहो करे, बौर संभार उठे तत्काला, गह दातू के चरण रसाला, कर कमलन सो बिनती करे, बिनती सहज सो बाक उचरे, एक तो सेवा करत रहे हाओ, द्वितीय बैते वृद्ध भयो हाओ, या ते अधिक शरीर कठोरा, तुमरे चरण मृदुल न थोरा, होयो होए गो कष्ट महाना, छिमो भयो अपराध अजाना। कहन लगे मैनू अजान समझ के, मैनू इस तरह समझ लेना कि पता नहीं है, मुआफ कर देना, खिमा कर देना। इन्नी ज्यादा निमरता निर्माणता। धन गुरु अमरदास महाराज जी उत्थों चले जाते हैं। फिर धन गुरु रामदास महाराज जी के जीवन की घटना है। महाराज जी अमृतसर साहब की धरती ते विराजमान ने, ते गुरु नानक साहब महाराज जी के साहिबजादे बाबा श्री चंद जी उत्थे आ गए। उत्थे आके सजे हुए दरबार दे विच कहंदे ने कि तुहाडा दाड़ा इन्ना वड्डा है, इन्ना लम्मा है, ये तुसी इन्ना वड्डा दाड़ा क्यों रखिया होया, क्यों वधाया होया। श्री चंद तब गिरा उचारी, काहे बढ़ाई दाड़ी भारी। ते गुरु रामदास महाराज अगे ਜਿਹੜੇ बोल ਕਹਿੰਦੇ ਨੇ, ਕਹਿਣ ਲੱਗੇ ਤੁਹਾਡੇ ਵਰਗੇ ਮਹਾਂਪੁਰਖ ਜਦੋਂ ਸਾਡੇ ਦਰਬਾਰ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਸਤਿਕਾਰ ਕਰਨ ਵਾਸਤੇ, ਅਦਬ ਕਰਨ ਦੇ ਵਾਸਤੇ, ਉਹਨਾਂ ਦੇ ਚਰਨ ਝਾੜਨ ਦੇ ਵਾਸਤੇ ਇਹ ਦਾੜਾ ਇੰਨਾ ਵੱਡਾ ਹੈ। ਤੇ ਕੇਵਲ ਸ਼ਬਦ ਹੀ ਨਹੀਂ ਕਹੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹ ਸ਼ਬਦ ਕਹਿ ਕੇ ਦਾੜੇ ਦੇ ਨਾਲ ਚਰਨਾਂ ਨੂੰ ਝਾੜਨ ਵੀ ਲੱਗ ਪਏ। ਤੇ ਜਦੋਂ ਇਸ ਘਟਨਾ ਨੂੰ ਸੁਣਦੇ ਆ, ਆਪਾਂ ਕਈ ਵਾਰ ਇਹ ਸਵਾਲ ਵੀ ਕਰਦੇ ਆ, थोड़े जे गुस्से भी हो जाते हैं कि किवें हो सकता है गुरु रामदास महाराज अपने दाड़े दे नाल चरण झाड़ते होण। पर जदों आपां गुरबाणी नूं पढ़दे आ ते महाराज जी जो शब्द वरतदे ने, केवल वो दिखावे मात्र नहीं, वो लिखत मात्र नहीं कि धन गुरु ग्रंथ साहब महाराज जी दे विच दर्ज कर दिते ते गुरु साहबान दे जीवन दे विच ऐसी करनी ना होवे। आपां पढ़दे आ कि आवो सिख सतगुरु के प्यारिओ, गावो सच्ची बाणी। ये बाणी का अखर सच है, एक एक लफ्ज सच है, ये झूठा नहीं है। ते महाराज जी शब्द वरतते ने, नानक नीच कहे विचार, नानक गरीब ढह पया द्वारा, हम कीरे किरम सतगुर शरणाई, कर दया नाम प्रगास। अपने आप नूं कीड़ा आखदे ने, नीच आखदे ने, गरीब आखदे ने। ते कहंदे ने जन नानक धूड़ मंगै तिस गुरसिख की, जो आप जपै अवर नाम जपावै। मैं से सिख दी चरनां दी धूड़ मंगदा जो आप नाम जपदा होवे ते दूजिआं नूं जपाउंदा होवे। ते गुरु रामदास महाराज जी की गल बाबा श्री चंद जी दे चरनां नूं झाड़ नहीं सकदे। कवि संतोख सिंह जी कहंदे ने, रामदास गुर निमर होवै है, उन्हां दे वर्गा कोई निमर नहीं, उन्हां दे वर्गी किसे दे विच निमरता नहीं है। रामदास गुर निमर हवै है, कहो आपसी साधु जो है, तिनके चरण पहुँचने कारण, इम कह चरण लगे तब झारन, खुशी होए श्री चंद उचारा। बाबा श्री चंद जी बड़े खुश होए, खुश हो के उन्होंने भी अगों वाक कहे, कहन लगे इसे सेवा दे करके, इसे शरधा दे करके, इसे जीवन दे करके तां तुसीं साडे घर नूं लुट लिया। गुरु नानक साहब महाराज जी की गद्दी नूं तुसीं सांभ लिया है, उत्थे विराजमान हो गए हो। श्री चंद खुशी होए श्री चंद उचारा, इसी तोर घर लुट्यो हमारा, शरधा भगति आओ कर सेवा, लई गुरियाई अंगद देवा। गुरु अंगद साहब महाराज जी ने इसे शरधा सत्कार दे करके, निम्रता दे करके गुरगद्दी प्राप्त कर लई सी। इसी तौर घर लुट्यो हमारा, शरधा भगति आओ कर सेवा, लई गुरियाई अंगद देवा। हम गुर के सुत छूच रहाए, सेवा ते तुम मेवा पाए। आपां गुरु दे पुत्र हुंदियां होइयां भी खाली रह गए, पर तुसीं सेवा दे नाल मेवा प्राप्त कर लिया, गुरु दी किरपा नूं प्राप्त कर लिया। इन्ने निमरता दे विच बोल धन गुरु रामदास महाराज साहिब जी ने कीते ने। ते भाई गुरदास साहब जी कहंदे ने, गुरमुख मिठा बोलना, जो बोलै सोई जप जापै। ये गुरमुखां दी करनी है, अपनी जुबान दे नाल मिठा बोलते ने। मिठा बोलन, निव चलन, हथों दे के भला मनाए। फिर उन्होंने एक कवित भी उचारण किया,
ਕਹਿਣ ਲੱਗੇ ਮਿੱਠੇ ਬੋਲਾਂ ਦੇ ਬਰਾਬਰ ਦੁਨੀਆ ਦੇ ਵਿੱਚ ਕੋਈ ਸ਼ਹਿਦ ਨਹੀਂ ਹੈ, ਕੋਈ ਹੋਰ ਮਿੱਠੀ ਵਸਤੂ ਨਹੀਂ ਹੈ। ਮਧੁਰ ਬਚਨ ਸਮਸਰ ਨਾ ਪੁੱਜਸ ਮਦ, ਕਰਕ ਸ਼ਬਦ ਸਰ ਵੇਖਣਾ ਬਿਖਮ ਹੈ। ਤੇ ਕੌੜੇ ਬੋਲਾਂ ਦੇ ਬਰਾਬਰ ਕੋਈ ਸੰਸਾਰ ਦੇ ਵਿੱਚ ਕੋਈ ਜ਼ਹਿਰ ਨਹੀਂ ਹੈ। ਉਹ ਸਭ ਤੋਂ ਵੱਡਾ ਜ਼ਹਿਰ ਕੌੜੇ ਬੋਲ ਨੇ। ਮਧੁਰ ਬਚਨ ਸਮਸਰ ਨਾ ਪੁੱਜਸ ਮਦ, ਕਰਕ ਸ਼ਬਦ ਸਰ ਵੇਖਣਾ ਬਿਖਮ ਹੈ। ਅੱਗੇ ਕਹਿੰਦੇ ਨੇ ਮਧੁਰ ਬਚਨ ਸੀਤਲਤਾ ਮਿਸ਼ਟਾਨ ਪਾਨ, ਕਰਕ ਸ਼ਬਦ ਸਤਬਤ ਕਟ ਕੰਮ ਹੈ। ਮਧੁਰ ਬਚਨਾਂ ਦੇ ਨਾਲ ਜੀਵਨ ਦੇ ਵਿੱਚ, ਸਰੀਰ ਦੇ ਵਿੱਚ, ਮਨ ਦੇ ਵਿੱਚ ਸੀਤਲਤਾ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ। ਪਰ ਕਬੋਲਾਂ ਨੂੰ, ਫਿੱਕੇ ਬੋਲਾਂ ਨੂੰ ਸੁਣਨ ਦੇ ਨਾਲ ਅੰਦਰ ਦੇ ਵਿੱਚੋਂ ਧੀਰਜ ਚਲੀ ਜਾਂਦੀ ਹੈ, ਮਨ ਤਪ ਜਾਂਦਾ ਹੈ। ਮਧੁਰ ਬਚਨ ਸੀਤਲਤਾ ਮਿਸ਼ਟਾਨ ਪਾਨ, ਕਰਕ ਸ਼ਬਦ ਸਤਬਤ ਕਟ ਕੰਮ ਹੈ। ਮਧੁਰ ਬਚਨ ਕਹਿ ਤ੍ਰਿਵਤਉ ਸੰਤੋਖ ਸ਼ਾਂਤ, ਕਰਕ ਸ਼ਬਦ ਅਸੰਤੋਖ ਦੋਖ ਸ਼ਰਮ ਹੈ। ਫਿਰ ਕਹਿੰਦੇ ਨੇ ਮਧੁਰ ਬਚਨ ਲੱਗ ਅਗੰਮ ਸੁਗਮ ਹੋਏ, ਕਰਕ ਸ਼ਬਦ ਲੱਗ ਸੁਗਮ ਅਗੰਮ ਹੈ। ਚੰਗੇ ਬੋਲਾਂ ਦੇ ਨਾਲ, ਮਿੱਠੇ ਬੋਲਾਂ ਦੇ ਨਾਲ ਜਿਹੜਾ ਔਖਾ ਕੰਮ ਹੈ, ਨਾ ਹੋਣ ਵਾਲਾ ਕੰਮ ਹੈ, ਉਹ ਵੀ ਸਰ ਹੋ ਜਾਂਦਾ ਹੈ। ਤੇ ਕੌੜੇ ਬੋਲ ਬੋਲਣ ਦੇ ਨਾਲ ਜਿਹੜਾ ਕੰਮ ਹੁੰਦਾ ਹੋਵੇ ਉਹ ਵੀ ਕਈ ਵਾਰ ਰਹਿ ਜਾਂਦਾ ਹੈ। ਇਸ ਕਰਕੇ ਮਹਾਰਾਜ ਸਾਨੂੰ ਅੰਮ੍ਰਿਤ ਬਾਣੀ ਦੇ ਵਿੱਚ ਸਮਝਾ ਰਹੇ ਨੇ, ਵਿਖੈ ਕੌੜਤਨ ਸਗਲ ਮਾਹੇ, ਜਗਤ ਰਹੀ ਲਵਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰਿ ਕਾ ਨਾਉ। ਜਿਹੜਾ ਹਰੀ ਦਾ ਨਾਮ ਹੈ ਉਹ ਬਹੁਤ ਜ਼ਿਆਦਾ ਮਿੱਠਾ ਹੈ, ਤੇ ਤੂੰ ਹਰੀ ਦੇ ਨਾਮ ਨੂੰ ਜਪ ਜਪ ਕੇ ਆਪਣੇ ਬੋਲਾਂ ਨੂੰ, ਜੀਵਨ ਨੂੰ ਵੀ ਬਹੁਤ ਮਿਠਾਸ ਦੇ ਨਾਲ ਭਰ ਸਕਦਾ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਹੈ, ਜਿਨ੍ਹਾਂ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। कोई न जाने तुमरा अंत उचेते हो, सगल समग्री तुम रह सूत्रता।